ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ। ਉਹਨਾਂ ਦੀ ਮਹਿਮਾ ਅਗਾਧ ਬੋਧ ਹੈ, ਇੱਕ ਜੀਵ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਜਿਵੇਂ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਨਹੀਂ ਨਾ ਕੀਤਾ ਜਾ ਸਕਦਾ, ਭਾਵੇਂ ਜਿੰਨੇ ਮਰਜ਼ੀ ਜਨਮ ਲੱਗ ਜਾਣ, ਪਰ ਪੂਰਨ ਤੌਰ ਤੇ ਕੋਈ ਵੀ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਨੂੰ ਜਪਦਿਆਂ ਪਰਮਾਤਮਾ ਦਾ ਰੂਪ ਹੋ ਜਾਂਦੇ ਨੇ, ਫਿਰ ਪਿਆਰਿਓ ਉਹਨਾਂ ਦੇ ਗੁਣਾਂ ਨੂੰ, ਉਹਨਾਂ ਦੀ ਮਹਿਮਾ ਨੂੰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਸੰਤ ਕੀ ਮਹਿਮਾ ਵੇਦ ਨਾ ਜਾਣਹਿ, ਜੇਤਾ ਸੁਨਹਿ ਤੇਤਾ ਵਖਿਆਨਹਿ। ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਗੁਰੂ ਨਾਨਕ ਦੇ ਚਲਾਏ ਹੋਏ ਪੰਥ ਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚ ਕੇ ਬਾਬਾ ਜੀ ਨੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ। ਭਾਵੇਂ ਕਿ ਅੱਜ ਭੁਲੇਖੇ ਪਾਏ ਜਾਂਦੇ ਨੇ ਕਈਆਂ ਵੱਲੋਂ ਕਿ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਨਹੀਂ ਸਨ, ਕੋਈ ਅਬਨਾਸ਼ੀ ਮੁਨੀ ਦੱਸੀ ਜਾਂਦੇ ਨੇ, ਪਰ ਇਹ ਪਿਆਰਿਓ ਬਿਲਕੁਲ ਝੂਠ ਹੈ। ਅਬਨਾਸ਼ੀ ਮੁਨੀ ਇਹ ਤਾਂ ਦੱਸਦੇ ਨੇ, ਮਾਤਰਾ ਸਾਹਿਬ ਦੀ ਬਾਣੀ ਦੇ ਵਿੱਚ ਜ਼ਿਕਰ ਕੀਤਾ, ਜਦੋਂ ਸਿੱਧਾਂ ਦੇ ਨਾਲ ਚਰਚਾ ਹੋਈ ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਹਿਣ ਲੱਗੇ, ਗੁਰੂ ਅਬਨਾਸ਼ੀ ਖੇਲ ਰਚਾਇਆ, ਅਗਮ ਨਿਗਮ ਕਾ ਪੰਥ ਬਤਾਇਆ। ਹੁਣ ਗੁਰੂ ਅਬਨਾਸ਼ੀ ਇੱਥੇ ਵਰਤਿਆ ਬਾਬਾ ਜੀ ਨੇ ਪਰਮਾਤਮਾ ਦੇ ਵਾਸਤੇ, ਅਕਾਲ ਪੁਰਖ ਦੇ ਵਾਸਤੇ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹੋਗੇ, ਸਿੱਧ ਗੋਸ਼ਟ ਪੜ੍ਹੋਗੇ, ਹੋਰ ਵੀ ਬਾਣੀ, ਉੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਅਕਾਲ ਪੁਰਖ ਦੇ ਵਾਸਤੇ ਅਬਨਾਸ਼ੀ ਸ਼ਬਦ ਵਰਤਿਆ ਹੈ। ਅਬਨਾਸ਼ੀ ਦਾ ਅਰਥ ਕੀ ਹੈ? ਜਿਹਦਾ ਕਦੀ ਨਾਸ਼ ਨਹੀਂ ਹੋ ਸਕਦਾ, ਤੇ ਉਹ ਕੇਵਲ ਇੱਕ ਪਰਮਾਤਮਾ ਹੈ ਜਿਹੜਾ ਕਦੇ ਵੀ ਵਿਨਾਸ਼ ਨਹੀਂ ਹੋ ਸਕਦਾ। ਬਾਕੀ ਸਭ ਕੁਝ ਤੇ ਨਾਸ਼ ਹੋਣ ਵਾਲਾ ਹੈ ਨਾ, ਨਾਸ਼ਵੰਤ ਹੈ। ਜੋ ਵੀ ਆਪਾਂ ਇਹਨਾਂ ਅੱਖਾਂ ਦੇ ਨਾਲ ਵੇਖਦੇ ਹਾਂ, ਖੰਡ ਬ੍ਰਹਿਮੰਡ ਨੇ, ਚੰਦ ਸੂਰਜ ਤਾਰੇ, ਜੋ ਵੀ ਹੈ ਆਕਾਸ਼ ਪਾਤਾਲ, ਇਹ ਪਿਆਰਿਓ ਸਾਰੇ ਕਾਲ ਦੇ ਅਧੀਨ ਨੇ। ਇੱਕ ਦਿਨ ਇਹ ਨਾਸ਼ਵੰਤ ਨੇ, ਨਾਸ਼ ਹੋਣ ਵਾਲੀਆਂ ਚੀਜ਼ਾਂ ਨੇ, ਪਰ ਕੇਵਲ ਇੱਕ ਪਰਮਾਤਮਾ ਹੈ ਜਿਹੜਾ ਅਬਨਾਸ਼ੀ ਹੈ, ਜਿਹਦਾ ਕਦੇ ਵੀ ਵਿਨਾਸ਼ ਨਹੀਂ ਹੋ ਸਕਦਾ। ਜਿਵੇਂ ਮੂਲ ਮੰਤਰ ਦੇ ਵਿੱਚ ਆਪਾਂ ਪੜ੍ਹਦੇ ਹਾਂ, ਅਕਾਲ ਮੂਰਤ, ਜਿਹਦੀ ਮੂਰਤੀ, ਜਿਹਦੀ ਹਸਤੀ ਕਾਲ ਤੋਂ ਰਹਿਤ ਹੈ, ਸਮੇਂ ਤੋਂ ਰਹਿਤ ਹੈ। ਜਿਹੜਾ ਮੂਲ ਮੰਤਰ ਹੈ, ਇਹ ਪਿਆਰਿਓ ਪਰਮਾਤਮਾ ਦੇ ਗੁਣ ਦੱਸੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ। ਇਹਦਾ ਅਰਥ ਕੀ ਹੈ? ਇੱਕ ਓੰਕਾਰ। ਇੱਕ ਤੋਂ ਭਾਵ ਇੱਕ, ਮਹਾਰਾਜ ਕਹਿੰਦੇ ਉਹ ਜਿਹੜਾ ਪਰਮਾਤਮਾ ਇੱਕ ਹੈ, ਜਿਹੜਾ ਪਰਮਾਤਮਾ ਇੱਕ ਹੈ, ਕਹਿੰਦੇ ਅੱਗੇ ਸਤਨਾਮ, ਉਹਦਾ ਨਾਮ ਸੱਚਾ ਹੈ। ਕਰਤਾ ਪੁਰਖ, ਉਹੀ ਸਭ ਕੁਛ ਕਰਨ ਕਰਾਵਣ ਹਾਰ ਹੈ, ਉਹ ਨਿਰਭਉ ਹੈ, ਇਹ ਵੀ ਗੁਣ ਹੈ। ਉਹਨੂੰ ਕਿਸੇ ਦਾ ਭੈ ਨਹੀਂ। ਨਿਰਵੈਰ, ਇਹ ਵੀ ਗੁਣ ਹੈ, ਉਹਦਾ ਕਿਸੇ ਨਾਲ ਵੈਰ ਨਹੀਂ। ਅਕਾਲ ਮੂਰਤ ਹੈ, ਉਹਦੀ ਹਸਤੀ ਕਾਲ ਤੋਂ ਰਹਿਤ ਹੈ, ਇਹ ਵੀ ਗੁਣ ਹੈ। ਅਜੂਨੀ ਹੈ, ਉਹ ਜੂਨਾ ਤੋਂ ਰਹਿਤ ਹੈ, ਇਹ ਵੀ ਗੁਣ ਹੈ। ਸਹਿਭੰਗ, ਉਹ ਆਪਣੇ ਆਪ ਤੋਂ ਪ੍ਰਕਾਸ਼ ਹੋਇਆ, ਕਿਸੇ ਦਾ ਬਣਾਇਆ ਹੋਇਆ ਨਹੀਂ, ਕਿਸੇ ਦਾ ਥਾਪਿਆ ਹੋਇਆ ਨਹੀਂ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਇਹ ਵੀ ਗੁਣ ਹੈ। ਗੁਰ ਪ੍ਰਸਾਦ, ਤੇ ਇਹੋ ਜੇ ਅਕਾਲ ਪੁਰਖ ਵਾਹਿਗੁਰੂ ਦੀ, ਪਰਮਾਤਮਾ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੀ ਪ੍ਰਾਪਤੀ ਹੋ ਸਕਦੀ ਹੈ, ਉੱਦਾਂ ਨਹੀਂ। ਬਾਬਾ ਸ਼੍ਰੀ ਚੰਦ ਸਾਹਿਬ ਜੀ, ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਪ੍ਰਸਾਰ
ਆਪਣੇ ਜੀਵਨ ਕਾਲ ਦੌਰਾਨ ਕੀਤਾ। ਕਹਿੰਦੇ ਇੱਕ ਵਾਰੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਸ਼ਮੀਰ ਦੀ ਧਰਤੀ ਤੇ ਪਹੁੰਚੇ। ਕਸ਼ਮੀਰ ਦੀ ਧਰਤੀ ਤੇ ਜਦੋਂ ਪਹੁੰਚੇ, ਸ਼੍ਰੀਨਗਰ ਸ਼ਹਿਰ ਆਪ ਸੰਗਤਾਂ ਨੇ ਸੁਣਿਆ ਵੀ ਹੋਏਗਾ। ਉੱਥੇ ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਪਹੁੰਚਦੇ ਨੇ, ਉੱਥੋਂ ਦਿਆਂ ਹਿੰਦੂਆਂ ਨੂੰ ਪਤਾ ਲੱਗਦਾ ਹੈ। ਉਸ ਵੇਲੇ ਦੇ ਵਿੱਚ ਹਿੰਦੂਆਂ ਦੇ ਉੱਤੇ ਕਸ਼ਮੀਰ ਦੇ ਵਿੱਚ ਬੜਾ ਭਾਰੀ ਜ਼ੁਲਮ ਕੀਤਾ ਜਾ ਰਿਹਾ ਸੀ, ਤਸ਼ੱਦਦ ਕੀਤਾ ਜਾ ਰਿਹਾ ਸੀ। ਉਸ ਵੇਲੇ ਹਿੰਦੂਆਂ ਨੂੰ ਧੱਕੇ ਦੇ ਨਾਲ ਕਸ਼ਮੀਰ ਦੇ ਵਿੱਚ ਉਹਨਾਂ ਦਾ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾ ਰਿਹਾ ਸੀ। ਜਹਾਂਗੀਰ ਦੇ ਕਹਿਣ ਤੇ ਉੱਥੋਂ ਦਾ ਸੂਬੇਦਾਰ ਸੀ ਕਸ਼ਮੀਰ ਸੂਬੇ ਦਾ, ਉਸ ਵੇਲੇ ਦਾ ਸ਼ੇਰ ਅਫਗਾਨ ਖਾਂ। ਧੱਕੇ ਦੇ ਨਾਲ, ਲਾਲਚ ਦੇ ਕੇ, ਜਿਹੜੇ ਤੇ ਲਾਲਚ ਦੇ ਨਾਲ ਮੰਨ ਜਾਂਦੇ ਸਨ, ਮੁਸਲਮਾਨ ਬਣ ਜਾਂਦੇ ਸਨ, ਉਹਨਾਂ ਨੂੰ ਲਾਲਚ ਦੇ ਕੇ ਬਣਾਇਆ ਜਾਂਦਾ ਸੀ। ਕਈਆਂ ਨੂੰ ਧੱਕੇ ਦੇ ਨਾਲ ਡਰਾ ਕੇ ਧਮਕਾ ਕੇ, ਤੇ ਜਿਹੜੇ ਨਹੀਂ ਮੰਨਦੇ ਸਨ ਉਹਨਾਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਸੀ। ਜਦੋਂ ਹਿੰਦੂਆਂ ਨੂੰ ਪਤਾ ਲੱਗਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਫਰਜ਼ੰਦ, ਮਹਾਨ ਤਪਸਵੀ, ਰਿੱਧੀਆਂ ਸਿੱਧੀਆਂ ਦੇ ਮਾਲਕ, ਤਿਆਗੀ ਬੈਰਾਗੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਕਸ਼ਮੀਰ ਦੀ ਧਰਤੀ ਤੇ ਆਏ ਨੇ, ਆਪਣਾ ਦੁੱਖੜਾ ਲੈ ਕੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਆਏ। ਆ ਕੇ ਪੁਕਾਰ ਕੀਤੀ, ਬੇਨਤੀ ਕੀਤੀ, ਜਿਵੇਂ ਕਿਸੇ ਵੇਲੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਡਤ ਆਏ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਤੇ ਇਹਨਾਂ ਹਿੰਦੂਆਂ ਨੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੀ ਸੋਏ ਸੁਣੀ ਹੋਈ ਸੀ, ਸੋਭਾ ਸੁਣੀ ਹੋਈ ਸੀ ਕਿ ਰਿੱਧੀਆਂ ਸਿੱਧੀਆਂ ਦੇ ਮਾਲਕ ਨੇ, ਇਹਨਾਂ ਤੇ ਗੁਰੂ ਨਾਨਕ ਦੀਆਂ ਬਖਸ਼ਿਸ਼ਾਂ ਨੇ, ਰਹਿਮਤਾਂ ਨੇ। ਜਾ ਕੇ ਉਹਨਾਂ ਦੇ ਕੋਲ ਪੁਕਾਰ ਕਰੀਏ, ਆਪਣਾ ਦੁੱਖੜਾ ਲੈ ਕੇ ਆ ਕੇ ਬੇਨਤੀ ਕੀਤੀ ਬਾਬਾ ਜੀ ਦੇ ਚਰਨਾਂ ਦੇ ਵਿੱਚ। ਆਪਣਾ ਸਾਰਾ ਦੁੱਖੜਾ ਦੱਸਿਆ, ਹਾਲ ਸੁਣਾਇਆ। ਇਸ ਵੇਲੇ ਸਾਡੇ ਉੱਤੇ ਕਿੰਨਾ ਜ਼ੁਲਮ ਕੀਤਾ ਜਾ ਰਿਹਾ ਹੈ, ਧੱਕੇ ਦੇ ਨਾਲ ਸਾਡਾ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਹੌਸਲਾ ਦਿੱਤਾ। ਹੁਣ ਇੱਕ ਰੱਬ ਦੇ ਪਿਆਰੇ ਦੇ ਜਿਹੜੇ ਬਚਨ ਹੁੰਦੇ ਨੇ ਨਾ, ਉਹ ਕਮਾਈ ਭਰੇ ਹੁੰਦੇ ਨੇ। ਹੁਣ ਕਮਾਈ ਭਰੇ ਬਚਨਾਂ ਦੇ ਨਾਲ, ਬੋਲਾਂ ਦੇ ਨਾਲ ਜਦੋਂ ਉੱਥੋਂ ਦਿਆਂ ਹਿੰਦੂਆਂ ਨੂੰ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਹੌਸਲਾ ਦਿੱਤਾ, ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਬਚਨ ਸੁਣ ਕੇ, ਉਪਦੇਸ਼ ਸੁਣ ਕੇ, ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀਆਂ ਬੋਲਾਂ ਨੇ, ਬਚਨਾਂ ਨੇ ਉਹਨਾਂ ਦੇ ਅੰਦਰ ਇੱਕ ਨਵੀਂ ਰੂਹ ਫੂਕ ਦਿੱਤੀ। ਜਿਹੜੇ ਢੇਰੀ ਢਾਈ ਬੈਠੇ ਸਨ ਕਿ ਹੁਣ ਸਾਨੂੰ ਕੋਈ ਵੀ ਬਚਾ ਨਹੀਂ ਸਕਦਾ, ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਬਚਨ ਸੁਣ ਕੇ ਉਹਨਾਂ ਦੇ ਡਿੱਗਦੇ ਹੋਏ ਮਨਾਂ ਨੂੰ ਧਰਵਾਸ ਆਇਆ। ਡੋਲਦੇ ਹੋਏ ਮਨ ਜਿਹੜੇ ਉਹ ਟਿਕ ਗਏ, ਥਿਰ ਹੋ ਗਏ, ਟਿਕਾ ਦੇ ਵਿੱਚ ਆ ਗਏ। ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਹਿਣ ਲੱਗੇ, ਭਾਈ ਤੁਸੀਂ ਡੋਲੋ ਨਾ। ਜਿਹੜੇ ਤੁਹਾਡੇ ਭਰਾ ਮੁਸਲਮਾਨ ਬਣ ਗਏ ਨੇ, ਉਹਨਾਂ ਨੂੰ ਪ੍ਰੇਰ ਕੇ, ਵੰਗਾਰ ਕੇ ਦੁਬਾਰਾ ਫਿਰ ਆਪਣੇ ਧਰਮ ਦੇ ਵਿੱਚ ਲੈ ਕੇ ਆਓ। ਤੇ ਜਿਹੜੇ ਤੁਹਾਡੇ ਭਰਾ ਧਰਮ ਦੀ ਖਾਤਰ ਆਪਣੀਆਂ ਜਾਨਾਂ ਵਾਰ ਗਏ ਨੇ, ਧਰਮ ਤੋਂ ਸਦਾ ਵਾਸਤੇ ਅਮਰ ਹੋ ਗਏ ਨੇ, ਮਰਨਾ ਤੇ ਇੱਕ ਦਿਨ ਸਾਰਿਆਂ ਨੇ ਹੈ। ਇੱਦਾਂ ਦੇ ਬਚਨ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਹਿੰਦੂਆਂ ਨੂੰ, ਪੰਡਤਾਂ ਨੂੰ ਆਖੇ, ਭਾਈ ਮੌਤ ਤਾਂ ਇੱਕ ਦਿਨ ਸਾਰਿਆਂ ਤੇ ਆਉਣੀ ਹੈ, ਪਰ ਵੱਡੇ ਭਾਗ ਉਹਨਾਂ ਦੇ ਹੁੰਦੇ ਨੇ ਜਿਹੜੇ ਧਰਮ ਦੇ ਉੱਤੋਂ ਆਪਣੀ ਜਾਨ ਕੁਰਬਾਨ ਕਰਦੇ ਨੇ। ਇਸ ਤਰ੍ਹਾਂ ਦੇ ਬਚਨ ਸੁਣ ਕੇ ਉਹਨਾਂ ਨੂੰ ਬੜਾ ਹੌਸਲਾ ਮਿਲਿਆ।
ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਕਹਿਣ ਤੇ ਫਿਰ ਉਹਨਾਂ ਨੇ ਦੁਬਾਰਾ ਆਪਣੇ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਜਿਹੜੇ ਉਹਨਾਂ ਦੇ ਹਿੰਦੂ ਭਰਾ ਮੁਸਲਮਾਨ ਬਣ ਗਏ ਸਨ, ਉਹਨਾਂ ਨੂੰ ਪ੍ਰੇਰ ਕੇ ਦੁਬਾਰਾ ਆਪਣੇ ਧਰਮ ਦੇ ਵਿੱਚ ਲਿਆਉਣ ਲੱਗ ਪਏ। ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਕਹਿੰਦੇ, ਜੇ ਕੋਈ ਤੁਹਾਨੂੰ ਤੰਗ ਕਰੇ ਨਾ, ਜੇ ਕੋਈ ਤੁਹਾਨੂੰ ਪਰੇਸ਼ਾਨ ਕਰੇ ਤੇ ਸਾਡਾ ਨਾਮ ਲੈ ਦਿਓ। ਇਹੋ ਜਿਹਾ ਕਰਨ ਵਾਸਤੇ ਸਾਨੂੰ ਗੁਰੂ ਨਾਨਕ ਦੇ ਫਰਜ਼ੰਦ ਬਾਬਾ ਸ਼੍ਰੀ ਚੰਦ ਸਾਹਿਬ ਨੇ ਆਖਿਆ ਹੈ। ਇੱਦਾਂ ਤੇ ਉਹਨਾਂ ਨੇ ਫਿਰ ਦੁਬਾਰਾ ਜਿਹੜੇ ਹਿੰਦੂ ਭਰਾ ਉਹਨਾਂ ਦੇ ਮੁਸਲਮਾਨ ਬਣ ਗਏ ਸਨ, ਉਹਨਾਂ ਨੂੰ ਪ੍ਰੇਰ ਕੇ ਵੰਗਾਰ ਕੇ ਦੁਬਾਰਾ ਫਿਰ ਆਪਣੇ ਧਰਮ ਦੇ ਵਿੱਚ ਲਿਆਉਣ ਲੱਗ ਪਏ। ਤੇ ਹੁਣ ਪਿਆਰਿਓ, ਖਬਰਾਂ ਪਹੁੰਚਦੀਆਂ ਜਿਹੜੀ ਗੱਲ ਹੈ ਉਹ ਫੈਲਦੀ ਸਾਰੇ ਕਸ਼ਮੀਰ ਦੇ ਵਿੱਚ ਤੇ ਸੂਬੇਦਾਰ ਸ਼ੇਰ ਅਫਗਾਨ ਖਾਨ ਦੇ ਕੋਲ ਪਹੁੰਚ ਗਈ ਕਿ ਜਿਨ੍ਹਾਂ ਨੂੰ ਅਸੀਂ ਮੁਸਲਮਾਨ ਬਣਾ ਰਹੇ ਹਾਂ ਤੇ ਹਿੰਦੂ ਦੁਬਾਰਾ ਉਹਨਾਂ ਨੂੰ ਪ੍ਰੇਰ ਕੇ ਆਪਣੇ ਧਰਮ ਦੇ ਵਿੱਚ ਲਿਜਾ ਰਹੇ ਨੇ। ਸ਼ੇਰ ਅਫਗਾਨ ਖਾਨ ਕਹਿੰਦਾ ਕਿ ਪਤਾ ਕਰੋ, ਜਿਹੜੇ ਕੁਝ ਦਿਨ ਪਹਿਲਾਂ ਹਿੰਦੂ ਡਰੇ ਤੇ ਸਹਿਮੇ ਬੈਠੇ ਸਨ, ਸਾਡੇ ਅੱਗੇ ਉਹਨਾਂ ਦੀ ਹਿੰਮਤ ਨਹੀਂ ਸੀ ਸਿਰ ਚੁੱਕਣ ਦੀ। ਇਹਨਾਂ ਦੇ ਵਿੱਚ ਇੰਨੀ ਹਿੰਮਤ ਤੇ ਇੰਨੀ ਤਾਕਤ ਕਿੱਥੋਂ ਆ ਗਈ, ਪਤਾ ਕਰੋ। ਆਪਣੇ ਸਿਪਾਹੀਆਂ ਨੂੰ, ਆਪਣੇ ਬੰਦਿਆਂ ਨੂੰ ਭੇਜਿਆ ਪਤਾ ਕਰਨ ਵਾਸਤੇ। ਰਿਪੋਰਟਾਂ ਲੈ ਕੇ ਉਹ ਸਾਰੀਆਂ ਫਿਰ ਸੂਬੇਦਾਰ ਦੇ ਕੋਲ ਪਹੁੰਚਦੇ ਨੇ। ਸ਼ੇਰ ਅਫਗਾਨ ਖਾਨ ਦੇ ਕੋਲ ਪਹੁੰਚ ਕੇ ਉਹਨਾਂ ਨੇ ਦੱਸਿਆ ਕਿ ਹਿੰਦੂਆਂ ਦੇ ਵਿੱਚ ਜੇ ਇਹ ਤਾਕਤ ਆਈ ਹੈ ਨਾ, ਉਹਨਾਂ ਦੇ ਵਿੱਚ ਜੇ ਇਹ ਨਵੀਂ ਜਿਹੜੀ ਰੂਹ ਕਿਸੇ ਨੇ ਫੂਕੀ ਹੈ, ਜਿਹੜੀ ਉਹਨਾਂ ਦੇ ਵਿੱਚ ਹਿੰਮਤ ਆਈ ਹੈ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਫਰਜ਼ੰਦ ਇਸ ਵੇਲੇ ਕਸ਼ਮੀਰ ਦੀ ਧਰਤੀ ਤੇ ਆਏ ਹੋਏ ਨੇ, ਬਾਬਾ ਸ਼੍ਰੀ ਚੰਦ ਸਾਹਿਬ ਜੀ। ਉਹਨਾਂ ਦੇ ਕਹਿਣ ਤੇ ਇਹ ਸਭ ਕੁਝ ਹੋ ਰਿਹਾ ਹੈ। ਹੁਣ ਸ਼ੇਰ ਅਫਗਾਨ ਖਾਨ ਚੱਲ ਪਿਆ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ, ਜਾ ਕੇ ਪਤਾ ਤੇ ਕਰਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਕੋਲ ਕੀ ਤੁਹਾਡੇ ਕਹਿਣ ਤੇ ਹਿੰਦੂ ਇਹ ਸਭ ਕੁਝ ਕਰਦੇ ਪਏ ਨੇ। ਇੱਦਾਂ ਪਤਾ ਕਰਨ ਵਾਸਤੇ ਆਪਣੇ ਸਿਪਾਹੀਆਂ ਨੂੰ ਨਾਲ ਲੈ ਕੇ, ਲਾਹੋ ਲਸ਼ਕਰ ਨਾਲ ਲੈ ਕੇ ਪਹੁੰਚ ਗਿਆ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਸ਼ਹਿਰ ਤੋਂ ਬਾਹਰ, ਅੱਜ ਉੱਥੇ ਅਸਥਾਨ ਹੈ ਕਸ਼ਮੀਰ ਦੇ ਵਿੱਚ, ਸ਼੍ਰੀਨਗਰ ਸ਼ਹਿਰ ਦੇ ਵਿੱਚ ਹੀ, ਜਿੱਥੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਆਸਨ ਲਾਏ ਹੋਏ ਸਨ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਚੌਂਕੜਾ ਲਾ ਕੇ ਬੈਠੇ ਹੋਏ ਨੇ, ਨੇਤਰ ਬੰਦ ਨੇ। ਸੁਰਤ ਜਿਹੜੀ ਹੈ ਅਕਾਲ ਪੁਰਖ ਦੇ ਨਾਮ ਦੇ ਨਾਲ ਜੁੜੀ ਹੋਈ ਹੈ। ਧੂਣਾ ਜਿਹੜਾ ਉਹ ਚੇਤਨ ਹੈ, ਅੱਗ ਬਲਦੀ ਪਈ ਹੈ। ਇੱਧਰ ਭਾਈ ਕਮਲੀਆ ਜੀ ਨਾਲ ਨੇ, ਕੋਲ ਬੈਠੇ ਹੋਏ ਨੇ। ਤੇ ਸ਼ੇਰ ਅਫਗਾਨ ਖਾਨ ਪਹੁੰਚ ਗਿਆ ਤੇ ਉਸ ਵੇਲੇ ਜਾ ਕੇ ਕੋਲ ਬਹਿ ਗਿਆ, ਜਾ ਕੇ ਨਮਸਕਾਰ ਕੀਤੀ। ਕੁਝ ਸਮੇਂ ਬਾਅਦ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਆਪਣੇ ਰਸ ਭਿੰਨੇ ਨੈਣ, ਨਾਮ ਦੇ ਨਾਲ ਭਿੱਜੇ ਹੋਏ ਨੈਣ, ਨੇਤਰ ਖੋਲੇ। ਜਦੋਂ ਨੇਤਰ ਖੋਲੇ ਨਾ ਤੇ ਪਿਆਰਿਓ, ਜਦੋਂ ਨੇਤਰ ਖੋਲੇ ਤੇ ਝਾਲ ਨਾ ਚੱਲੀ ਗਈ ਵੇਖਣ ਵਾਲਿਆਂ ਵੱਲੋਂ। ਇੰਨਾ ਤਪ ਤੇਜ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦਾ ਦਗਦਾ ਕਰਦਾ ਚਿਹਰਾ, ਅੱਖਾਂ ਦੇ ਵਿੱਚ, ਨੇਤਰਾਂ ਦੇ ਵਿੱਚ ਨੂਰ ਹੈ, ਨਾਮ ਦੀ ਖੁਮਾਰੀ ਹੈ। ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਸ਼ੇਰ ਅਫਗਾਨ ਖਾਨ ਨੇ ਸਿਜਦਾ ਕੀਤਾ, ਸਤਿਕਾਰ ਕੀਤਾ। ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਵੀ ਉਹਨਾਂ ਨੂੰ ਸਤਿਕਾਰ ਦਿੱਤਾ। ਪੁੱਛਿਆ ਆਉਣ ਦਾ ਕਾਰਨ, ਭਾਵੇਂ ਕਿ ਜਾਣਦੇ ਸਨ
ਕਿ ਸ਼ੇਰ ਅਫਗਾਨ ਖਾਂ ਇੱਥੇ ਕਿਉਂ ਆਇਆ, ਇਹਦੇ ਆਉਣ ਦਾ ਕਾਰਨ ਕੀ ਹੈ, ਸਭ ਕੁਝ ਜਾਣਦੇ ਸਨ। ਪਰ ਪੁੱਛਿਆ ਵੀ ਤੇਰੇ ਆਉਣ ਦਾ ਕਾਰਨ ਕੀ ਹੈ। ਸ਼ੇਰ ਅਫਗਾਨ ਖਾਂ ਕਹਿਣ ਲੱਗਾ, ਫਕੀਰ ਸਾਈਂ ਤੁਸੀਂ ਰੱਬ ਦੇ ਫਕੀਰ ਹੋ। ਮੈਂ ਸੋਚਿਆ ਕਿ ਚੱਲ ਕੇ ਤੁਹਾਡੇ ਦਰਸ਼ਨ ਕੀਤੇ ਜਾਣ, ਤੁਹਾਡੇ ਦਰਸ਼ਨਾਂ ਵਾਸਤੇ ਮੈਂ ਤੁਹਾਡੇ ਇੱਥੇ ਚਰਨਾਂ ਦੇ ਵਿੱਚ ਆਇਆ, ਤੁਹਾਡੇ ਦਰਸ਼ਨਾਂ ਖਾਤਰ। ਤੇ ਉਸ ਵੇਲੇ ਦਿਲਾਂ ਦੀਆਂ ਜਾਣਨ ਵਾਲੇ ਗੁਰੂ ਨਾਨਕ ਦੇ ਲਾਲ ਪਿਆਰੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਜਾਣਦੇ ਸਨ ਕਿ ਸ਼ੇਰ ਅਫਗਾਨ ਖਾਨ ਦੇ ਕਹਿਣ ਤੇ ਹੀ ਕਸ਼ਮੀਰ ਦੇ ਵਿੱਚ ਹਿੰਦੂਆਂ ਤੇ ਜ਼ੁਲਮ ਹੋ ਰਿਹਾ, ਤਸ਼ੱਦਦ ਹੋ ਰਿਹਾ, ਜ਼ਬਰਦਸਤੀ ਹਿੰਦੂਆਂ ਤੋਂ ਮੁਸਲਮਾਨ ਬਣਾਇਆ ਜਾ ਰਿਹਾ ਹੈ। ਤੇ ਇਹ ਵੀ ਜਾਣਦੇ ਸਨ ਕਿ ਇਹਨੇ ਇੱਦਾਂ ਨਹੀਂ ਮੰਨਣਾ ਗੱਲਾਂ ਦੇ ਨਾਲ। ਜਿਵੇਂ ਬਾਬਰ ਜਦੋਂ ਚੜ੍ਹ ਕੇ ਆਇਆ ਨਾ ਐਮਨਾਬਾਦ ਦੀ ਧਰਤੀ ਤੇ, ਬਾਬਰ ਚੜ੍ਹ ਕੇ ਆਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੇਲੇ। ਤੇ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਵੀ ਜਦੋਂ ਫੜ ਲਿਆ, ਗ੍ਰਿਫਤਾਰ ਕਰ ਲਿਆ, ਸਿਰ ਤੇ ਜਦੋਂ ਪੰਡਾਂ ਚਕਾਈਆਂ ਸਮਾਨ ਦੀਆਂ, ਤੇ ਆਪਾਂ ਸਾਰੇ ਜਾਣਦੇ ਆ 2-2 ਫੁੱਟ ਉੱਚੀਆਂ ਸਿਰ ਤੋਂ ਪੰਡਾਂ ਸਭ ਨੂੰ ਨਜ਼ਰ ਆਈਆਂ। ਤੇ ਜਦੋਂ ਜੇਲ੍ਹ ਦੇ ਵਿੱਚ, ਜੇਲ੍ਹ ਖਾਨੇ ਦੇ ਵਿੱਚ ਕੈਦ ਕੀਤਾ, ਤੇ ਭਾਈ ਮਰਦਾਨਾ ਕਹਿੰਦਾ ਬਾਬੇ ਨਾਨਕ ਨੂੰ, ਮਹਾਰਾਜ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਨਾ, ਆਪਾਂ ਇਸ ਪੰਗੇ ਦੇ ਵਿੱਚ ਕਿਉਂ ਪੈਣਾ, ਵੇਖੋ ਹੁਣ ਚੱਕੀਆਂ, ਇਹ ਦਾਣੇ ਪੀਣੇ ਪੈਣੇ ਨੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਮਰਦਾਨਿਆ ਘਬਰਾ ਨਾ। ਪਹਿਲਾਂ ਤੇ ਕਲਾ ਵਿਖਾਈ, ਕਿਉਂਕਿ ਉਹਨਾਂ ਨੇ ਉੱਦਾਂ ਤੇ ਮੰਨਣਾ ਨਹੀਂ, ਆਪਣੀ ਵਡਿਆਈ ਦੇ ਵਾਸਤੇ ਹੀ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਲਾ ਵਿਖਾਈ ਭੁੱਲਿਆਂ ਹੋਇਆਂ ਨੂੰ ਰਾਹੇ ਪਾਉਣ ਵਾਸਤੇ। ਜਿੱਥੇ ਵੀ ਕਲਾ ਵਿਖਾਈ ਜਾਂ ਵਰਤ ਗਈ ਸੁਤੇ ਸਿੱਧ, ਭੁੱਲਿਆਂ ਹੋਇਆਂ ਨੂੰ ਰਾਹੇ ਪਾਉਣ ਵਾਸਤੇ। ਤੇ ਜਦੋਂ ਜੇਲ੍ਹ ਦੇ ਵਿੱਚ ਬੰਦ ਕੀਤਾ, ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਹੁਣ ਤੇ ਚੱਕੀਆਂ ਚਲਾਣੀਆਂ ਪੈਣੀਆਂ ਨੇ। ਤੇ ਮਹਾਰਾਜ ਕਹਿੰਦੇ ਮਰਦਾਨਿਆ ਘਬਰਾ ਨਾ, ਰਬਾਬ ਦੀ ਤਾਰ ਛੇੜ। ਤੇ ਆਪਾਂ ਪੜ੍ਹਨੇ ਆ, ਆਇਆ ਬਾਬਰ ਦੇ ਦਰਬਾਰ, ਆਇਆ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ ਹੈ। 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 ਇੱਕ ਮਸਤਾਨਾ ਜੋਗੀ ਹੈ, ਇੱਕ ਮਸਤਾਨਾ ਜੋਗੀ ਹੈ, ਇੱਕ ਮਸਤਾਨਾ ਜੋਗੀ ਹੈ, ਮਸਤਾਨਾ ਜੋਗੀ ਹੈ। ਇੱਕ ਮਸਤਾਨਾ ਜੋਗੀ ਹੈ, ਇੱਕ ਮਸਤਾਨਾ ਜੋਗੀ ਹੈ। ਮਸਤਾਨਾ ਜੋਗੀ ਹੈ, ਇੱਕ ਮਸਤਾਨਾ ਜੋਗੀ ਹੈ। ਇੱਕ
मस्ताना जोगी है, एक मस्ताना जोगी है। आया बाबर दे दरबार 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 एक मस्ताना जोगी है। आया बाबर के दरबार मस्ताना जोगी है। ਦੱਸਣ ਵਾਲਿਆਂ ਨੇ ਦੱਸਿਆ ਕਿ ਇੱਕ ਮਸਤਾਨਾ ਜੋਗੀ ਆਇਆ ਤੇ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਖਿਆ ਰਬਾਬ ਦੀ ਤਾਰ ਛੇੜ। ਜਦੋਂ ਰਬਾਬ ਦੀ ਤਾਰ ਛੇੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਲਾਹੀ ਬਾਣੀ ਦਾ ਧੁਰਕੀ ਬਾਣੀ ਦਾ ਕੀਰਤਨ ਕਰਨਾ ਸ਼ੁਰੂ ਕੀਤਾ ਤੇ ਚੱਕੀਆਂ ਆਪ ਮੁਹਾਰ ਚੱਲਣ ਲੱਗ ਪਈਆਂ। ਤੇ ਜਦੋਂ ਜਾ ਕੇ ਸਿਪਾਹੀਆਂ ਨੇ ਵੇਖਣ ਵਾਲਿਆਂ ਨੇ ਜਾ ਕੇ ਬਾਬਰ ਨੂੰ ਦੱਸਿਆ, ਫਿਰ ਜਾ ਕੇ ਬਾਬਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ, ਅਹਿਸਾਸ ਕਰਵਾਇਆ ਤੇ ਫਿਰ ਮੁਆਫੀ ਮੰਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਹਿਣ ਤੇ ਜਿਨ੍ਹਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਸੀ ਤੇ ਜਿਨ੍ਹਾਂ ਦਾ ਸਾਜੋ ਸਮਾਨ ਲੁੱਟਿਆ ਸੀ, ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਸਨ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਜਿਨ੍ਹਾਂ ਦਾ ਸਾਜੋ ਸਮਾਨ ਲੁੱਟਿਆ ਗਿਆ ਸੀ ਉਹ ਉਹਨਾਂ ਨੂੰ ਵਾਪਸ ਕਰ ਦਿੱਤਾ ਗਿਆ। ਤੇ ਇਸੇ ਤਰ੍ਹਾਂ ਹੀ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਅਨੁਭਵ ਕੀਤਾ ਕਿ ਇਹ ਅਹੰਕਾਰੀ ਸੂਬੇਦਾਰ ਹੈ, ਇਹਨੂੰ ਆਪਣੇ ਰਾਜ ਦਾ ਅਹੰਕਾਰ ਹੈ, ਇਹਨੇ ਇੱਦਾਂ ਨਹੀਂ ਮੰਨਣਾ। ਤੇ ਉਸ ਵੇਲੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਜਲਾਲ ਦੇ ਵਿੱਚ ਆਏ। ਆ ਕੇ ਤੇ ਧੂਣੇ ਦੇ ਵਿੱਚ ਜਿਹੜੀ ਲੱਕੜ ਬਲਦੀ ਪਈ ਸੀ ਨਾ, ਇੱਕ ਲੱਕੜ ਚੱਕ ਕੇ ਸ਼ੇਰ ਅਫਗਾਨ ਖਾਂ ਸਾਹਮਣੇ ਬੈਠਾ ਹੈ, ਉਹਦੇ ਸਿਪਾਹੀ ਬੈਠੇ ਨੇ, ਹੋਰ ਵੀ ਲੋਕ ਬੈਠੇ ਨੇ। ਸਾਰਿਆਂ ਦੇ ਵੇਖਦਿਆਂ ਵੇਖਦਿਆਂ ਸਤ ਕਰਤਾਰ ਕਹਿ ਕੇ ਉਹ ਅੱਗ ਦੇ ਨਾਲ ਬਲਦੀ ਹੋਈ ਲੱਕੜ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਧਰਤੀ ਦੇ ਵਿੱਚ ਗੱਡ ਦਿੱਤੀ। ਧਰਤੀ ਦੇ ਵਿੱਚ ਗੱਡ ਕੇ ਸਤ ਕਰਤਾਰ ਆਖਿਆ ਨਾ, ਤੇ ਵੇਖਦਿਆਂ ਵੇਖਦਿਆਂ ਹੀ ਉੱਤੋਂ ਲੱਕੜ ਬਲਦੀ ਪਈ ਹੈ ਤੇ ਲੱਕੜ ਦੇ ਨਿਚਲੇ ਹਿੱਸੇ ਚੋਂ ਵੇਖਦਿਆਂ ਵੇਖਦਿਆਂ ਲੱਕੜ ਸੁੱਕੀ ਲੱਕੜ ਹੈ, ਉੱਤੋਂ ਅੱਗ ਲੱਗੀ ਹੋਈ ਹੈ, ਬਲਦੀ ਪਈ ਹੈ। ਵੇਖਦਿਆਂ ਵੇਖਦਿਆਂ ਲੱਕੜ ਦੇ ਵਿੱਚੋਂ ਟਹਿਣੀਆਂ ਨਿਕਲਦੀਆਂ ਨੇ, ਟਹਿਣੀਆਂ ਦੇ ਵਿੱਚੋਂ ਹਰੇ ਪੱਤੇ ਨਿਕਲ ਆਉਂਦੇ ਨੇ। ਇਹ ਪ੍ਰਤੱਖ ਕਰਾਮਾਤ ਵੇਖ ਕੇ, ਕਲਾ ਵੇਖ ਕੇ ਸ਼ੇਰ ਅਫਗਾਨ ਖਾਂ ਦੇ ਮੂੰਹ ਚੋਂ ਨਿਕਲਿਆ ਸੁਭਾਨ ਅੱਲਾ। ਜਿਹੜਾ ਮਨ ਦੇ ਵਿੱਚ ਹੰਕਾਰ ਸੀ ਨਾ, ਹੰਕਾਰ ਦਾ ਜਿਹੜਾ ਕੰਡਾ ਸੀ ਉਹ ਥੋੜਾ ਨੀਵਾਂ ਹੋਇਆ, ਆਪਣਾ ਸਿਰ ਝੁਕਾਇਆ ਕਿ ਇਹ ਕੋਈ ਆਮ ਫਕੀਰ ਨਹੀਂ, ਇਹ ਰੱਬ ਨੂੰ ਪਹੁੰਚਿਆ ਹੋਇਆ ਫਕੀਰ ਹੈ। ਤੇ ਉਸ ਵੇਲੇ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਉਹਨੂੰ ਉਪਦੇਸ਼ ਦਿੱਤਾ, ਸ਼ੇਰ ਅਫਗਾਨ ਖਾਂ, ਜੇ ਪਰਮਾਤਮਾ ਚਾਵੇ ਕੜਕਦੀ ਧੁੱਪ ਦੇ ਵਿੱਚ ਮੀਂਹ ਵਰਾ ਕੇ ਤੇ ਠੰਡ ਪਾ ਸਕਦਾ ਹੈ। ਜੇ ਪਰਮਾਤਮਾ ਚਾਵੇ ਤੇ ਬਲਦੀ ਹੋਈ ਲੱਕੜ ਦੇ ਵਿੱਚੋਂ ਹਰੇ ਪੱਤੇ ਵੀ ਕੱਢ ਕੇ ਵਿਖਾ ਸਕਦਾ ਹੈ। ਤੇ ਇਸੇ ਤਰ੍ਹਾਂ ਹੀ ਇਹ ਜਿਹੜਾ ਸੰਸਾਰ ਹੈ ਉਸ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਬਾਗ ਹੈ। ਪਰਮਾਤਮਾ ਜਿਸ ਧਰਮ ਨੂੰ ਇਸ ਧਰਤੀ ਤੇ ਇਸ ਸੰਸਾਰ ਦੇ ਵਿੱਚ ਵਧਾਉਣਾ ਚਾਵੇ ਤੇ ਸੰਸਾਰ ਦੇ ਲੋਕਾਂ ਦਾ ਉਸ ਧਰਮ ਦੇ ਵੱਲ ਮਨ ਪ੍ਰੇਰ ਕੇ ਉਸ ਧਰਮ ਨੂੰ ਵਧਾ ਸਕਦਾ ਹੈ। ਇਹ ਉਹਦੀ ਮੌਜ ਹੈ। ਪਰ ਧੱਕੇ ਦੇ ਨਾਲ, ਜ਼ਬਰ ਜ਼ੁਲਮ ਦੇ ਨਾਲ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਲਿਆਣਾ ਇਦੋਂ ਵੱਡਾ ਕੋਈ ਗੁਨਾਹ ਨਹੀਂ, ਪਾਪ ਨਹੀਂ। ਇਹ ਸੰਸਾਰ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਬਾਗ ਹੈ
ਜਿੰਨੇ ਵੀ ਧਰਮ ਨੇ ਇਹ ਪਰਮਾਤਮਾ ਦੇ ਸੰਸਾਰ ਰੂਪੀ ਬਾਗ ਦੇ ਵਿੱਚ ਇਹ ਤਰ੍ਹਾਂ ਤਰ੍ਹਾਂ ਦੇ ਵੇਲ ਤੇ ਬੂਟੇ ਨੇ, ਤਰ੍ਹਾਂ ਤਰ੍ਹਾਂ ਦੇ ਰੁੱਖ ਨੇ। ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ ਨੇ ਕਿ ਭਾਈ ਇਹ ਸੰਸਾਰ ਪਰਮਾਤਮਾ ਦਾ ਬਾਗ ਹੈ, ਤੇ ਬਾਗ ਦੇ ਵਿੱਚ ਜਿਵੇਂ ਵੇਲਾਂ ਹੁੰਦੀਆਂ ਨੇ, ਬੂਟੇ ਹੁੰਦੇ ਨੇ, ਤਰ੍ਹਾਂ ਤਰ੍ਹਾਂ ਦੇ ਰੁੱਖ ਹੁੰਦੇ ਨੇ, ਇਸੇ ਤਰ੍ਹਾਂ ਹੀ ਇਹ ਸੰਸਾਰ ਰੂਪੀ ਬਾਗ ਦੇ ਵਿੱਚ ਜਿੰਨੇ ਵੀ ਧਰਮ ਨੇ, ਸਮਝੋ ਇਹ ਜਿਵੇਂ ਬਾਗ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਰੁੱਖ ਵੇਲਾਂ ਬੂਟੇ ਹੁੰਦੇ ਨੇ, ਇਹ ਧਰਮ ਵੇਲਾਂ ਬੂਟੇ ਨੇ ਉਸ ਪਰਮਾਤਮਾ ਦੇ ਸੰਸਾਰ ਰੂਪੀ ਬਾਗ ਦੇ। ਤੇ ਕੋਈ ਸੈਰ ਦੇ ਬਹਾਨੇ ਬਾਗ ਦੇ ਵਿੱਚ ਜਾ ਕੇ ਆਪਣੀ ਮਨ ਮਰਜ਼ੀ ਦੇ ਨਾਲ ਬਾਗ ਦੇ ਵਿੱਚ ਕੱਟ ਵੱਢ ਕਰੇ, ਇਹ ਕਿਸੇ ਨੂੰ ਵੀ ਕੋਈ ਹੱਕ ਨਹੀਂ, ਕਿਉਂਕਿ ਬਾਗ ਦਾ ਮਾਲਕ ਤੇ ਹੋ ਰਹੇ ਨਾ। ਇਸੇ ਤਰ੍ਹਾਂ ਹੀ ਇਹ ਸੰਸਾਰ ਬਾਗ ਦਾ ਮਾਲਕ ਪਰਮਾਤਮਾ ਹੈ, ਉਹਦੀ ਮਰਜ਼ੀ ਹੈ ਉਹ ਕਿਹੜੇ ਧਰਮ ਨੂੰ ਵਧਾਉਣਾ ਚਾਹੁੰਦਾ ਹੈ, ਕਿਹੜੇ ਧਰਮ ਨੂੰ ਘਟਾਉਣਾ ਚਾਹੁੰਦਾ ਹੈ, ਇਹ ਉਹਦੀ ਮੌਜ ਹੈ, ਪਰ ਬੰਦੇ ਨੂੰ ਕੋਈ ਹੱਕ ਨਹੀਂ। ਤੇ ਮਹਾਰਾਜ ਕਹਿੰਦੇ ਮੁਸਲਮਾਨ ਤੂੰ ਆਪਣੇ ਆਪ ਨੂੰ ਕਹਾਉਣਾ ਹੈ, ਅਸਲ ਦੇ ਵਿੱਚ ਮੁਸਲਮਾਨ ਉਹ ਹੈ ਜਿਹਦਾ ਮੋਮ ਵਰਗਾ ਦਿਲ ਹੋਏ। ਮੁਸਲਮਾਨ ਸੋਈ ਜੋ ਮੋਮ ਦਿਲ ਹੋਵੇ। ਤੂੰ ਤੇ ਪਤਾ ਨਹੀਂ ਕਿੰਨਿਆਂ ਹਿੰਦੂਆਂ ਨੂੰ ਕਤਲ ਕੀਤਾ ਤੇ ਤੂੰ ਇਹੋ ਜਿਹਾ ਕੰਮ ਕਰਕੇ ਆਪਣੇ ਦੀਨ ਦੁਨੀਆ ਦੇ ਖੁਦਾ ਨੂੰ ਨਾਰਾਜ਼ ਕਰ ਲਿਆ। ਤੇਰੇ ਤੇ ਪਰਮਾਤਮਾ ਖੁਦਾ ਉਹ ਖੁਸ਼ ਨਹੀਂ। ਇੱਦਾਂ ਦੇ ਬਚਨ ਜਦੋਂ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਸ਼ੇਰ ਅਫਗਾਨ ਖਾਨ ਨੂੰ ਕਹੇ, ਉਪਦੇਸ਼ ਦਿੱਤਾ, ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਦੇ ਕਮਾਈ ਭਰੇ ਬਚਨਾਂ ਦੇ ਨਾਲ ਉਹਦਾ ਜਿਹੜਾ ਮਨ ਵਿੰਨਿਆ ਗਿਆ। ਸਿਰ ਨੀਵਾਂ ਕਰਕੇ ਉਹਨੇ ਮੁਆਫੀ ਮੰਗੀ, ਤੋਬਾ ਕੀਤੀ ਕਿ ਅੱਜ ਤੋਂ ਬਾਅਦ ਮੈਂ ਐਸਾ ਕਰਮ ਨਹੀਂ ਕਰਦਾ। ਤੇ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਫਿਰ ਉਹਨੂੰ ਸਿੱਧੇ ਰਸਤੇ ਪਾਇਆ। ਜਿਹੜਾ ਰਾਹ ਭੁੱਲ ਗਿਆ ਸੀ ਕਿ ਅਸਲ ਦੇ ਵਿੱਚ ਕਿਸੇ ਵੀ ਦੀਨ ਦਾ ਧਰਮ ਦਾ ਰਾਹ ਕੀ ਹੈ, ਪਰਮਾਤਮਾ ਦੇ ਨਾਲ ਜੁੜਨਾ। ਜਿੰਨੇ ਵੀ ਧਰਮ ਨੇ ਇਹ ਪਰਮਾਤਮਾ ਦੇ ਘਰ ਨੂੰ ਜਾਂਦੇ ਹੋਏ ਰਾਹ ਨੇ। ਕੋਈ ਇਸ ਪਾਸਿਓਂ ਜਾ ਰਿਹਾ, ਕੋਈ ਇਸ ਪਾਸਿਓਂ ਜਾ ਰਿਹਾ, ਕੋਈ ਸਿੱਧਾ ਜਾ ਰਿਹਾ, ਪਰ ਸਾਰੇ ਰਾਹ ਨੇ। ਐਸਾ ਉਪਦੇਸ਼ ਬਾਬਾ ਸ਼੍ਰੀ ਚੰਦ ਸਾਹਿਬ ਮਹਾਰਾਜ ਜੀ ਨੇ ਦਿੱਤਾ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕੋ ਹੈ। ਪਰਮਾ ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕੋ ਹੈ। ਪਰਮਾ ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕ ਹੈ। ਪਰਮਾ ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕੋ ਹੈ। ਪਰਮਾ ਚ ਪੈ ਗਈ ਦੁਨੀਆ। ਪਰਮਾ ਚ ਜੀ 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 ਪੈ ਗਈ ਦੁਨੀਆ। ਵਾਹਿਗੁਰੂ ਹਰੀ ਦਾ ਨਾਮ ਇੱਕੋ ਹੈ। ਹਰੀ ਦਾ ਨਾਮ ਇੱਕੋ ਹੈ। ਪਰਮਾ ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕੋ ਹੈ। ਪਰਮਾ ਚ ਪੈ ਗਈ ਦੁਨੀਆ। ਅੱਲਾ ਵਾਹਿਗੁਰੂ ਹਰੀ ਦਾ ਨਾਮ ਇੱਕੋ ਹੈ। ਪਰਮਾ ਚ ਪੈ ਗਈ ਦੁਨੀਆ। ਅੱਲਾ
ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕਉ ਮੰਦੇ ਇੱਕੋ ਨੂਰ ਤੋਂ ਸਾਰਾ ਸੰਸਾਰ ਬਣਿਆ ਹੈ। ਕੌਣ ਭਲੇ ਕੋ ਮੰਦੇ। ਭਰਮਾਂ ਦੇ ਵਿੱਚ ਅੱਜ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡਿਆ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਮੱਕੇ ਗਏ ਸਨ ਨਾ, ਤੇ ਉਦੋਂ ਵੀ ਕਾਜ਼ੀਆਂ ਨੇ ਹਾਜੀਆਂ ਨੇ ਇਹੀ ਪੁੱਛਿਆ ਸੀ ਕਿ ਦੱਸੋ ਬਾਬਾ ਜੀ ਕਿਹੜਾ ਧਰਮ ਵੱਡਾ ਹੈ, ਹਿੰਦੂ ਧਰਮ ਵੱਡਾ ਹੈ ਕਿ ਮੁਸਲਮਾਨ ਧਰਮ। ਭਾਈ ਗੁਰਦਾਸ ਜੀ ਇਸ ਗੱਲ ਦਾ ਵਰਣਨ ਕਰਦੇ ਨੇ, ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨੋਈ। ਆਪਣੀਆਂ ਕਿਤਾਬਾਂ ਖੋਲ ਕੇ ਪੁੱਛਣ ਲੱਗ ਪਏ ਕਿ ਦੱਸੋ, ਜਦੋਂ ਉਹਨਾਂ ਵੀ ਜਾਰੀ ਕਲਾ ਵੇਖੀ ਨਾ ਕਿ ਬਾਬੇ ਨਾਨਕ ਨੇ ਮੱਕਾ ਫੇਰ ਦਿੱਤਾ, ਘੁਮਾ ਦਿੱਤਾ, ਜਾਰੀ ਕਲਾ ਵਿਖਾਈ ਉੱਥੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ। ਤੇ ਫਿਰ ਪੁੱਛਿਆ ਉਹਨਾਂ ਨੇ, ਜਦੋਂ ਉਹਨਾਂ ਨੂੰ ਸਮਝ ਆਈ ਕਿ ਇਹ ਵੀ ਖੁਦਾ ਦਾ ਨੂਰ ਨੇ, ਖੁਦਾ ਦਾ ਰੂਪ ਨੇ, ਪੁੱਛਦੇ ਨੇ ਫਿਰ ਦੱਸੋ ਹਿੰਦੂ ਧਰਮ ਵੱਡਾ ਕਿ ਮੁਸਲਮਾਨ। ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਆਖਿਆ, ਬਾਬਾ ਆਖੇ ਹਾਜੀਆ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ, ਦਰਗਹਿ ਅੰਦਰ ਲੈਣ ਨਾ ਟੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਕਰਮ ਨਹੀਂ ਨਾ ਚੰਗੇ, ਫਿਰ ਸ਼ੁਭ ਅਮਲਾਂ ਤੋਂ ਬਿਨਾ, ਚੰਗੇ ਕਰਮਾਂ ਤੋਂ ਬਿਨਾ ਦੋਵੇਂ ਹੀ ਇਸ ਸੰਸਾਰ ਤੋਂ ਰੋਂਦੇ ਜਾਣਗੇ। ਤੇ ਦਰਗਾਹ ਦੇ ਵਿੱਚ ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ, ਦਰਗਾਹ ਦੇ ਅੰਦਰ ਢੋਈ ਨਹੀਂ ਮਿਲਦੀ। ਇਸੇ ਤਰ੍ਹਾਂ ਹੀ ਸਾਡੇ ਵਾਸਤੇ ਵੀ ਹੈ। ਭਾਵੇਂ ਅਸੀਂ ਸਿੱਖ ਹਾਂ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੇ ਸਾਡੇ ਸ਼ੁਭ ਅਮਲ ਨਹੀਂ ਨਾ, ਚੰਗੇ ਕਰਮ ਨਹੀਂ ਸਾਡੇ ਕੋਲ, ਨਿਰਮਲ ਕਰਮ ਨਹੀਂ ਸਾਡੇ ਕੋਲ, ਫਿਰ ਪਿਆਰਿਓ ਸਾਨੂੰ ਵੀ ਦਰਗਾਹ ਦੇ ਵਿੱਚ ਢੋਈ ਨਹੀਂ ਮਿਲਣੀ। ਆਪਾਂ ਅੱਗੇ ਕਈ ਵਾਰ ਵਿਚਾਰ ਕਰਦੇ ਹਾਂ, ਆਪਾਂ ਕਹਿੰਦੇ ਆਮ ਤੌਰ ਤੇ ਕਿ ਬੰਦੇ ਦੇ ਨਾਲ ਕੁਝ ਨਹੀਂ ਜਾਂਦਾ। ਆਪਾਂ ਹੀ ਕਹਿੰਦੇ ਹਾਂ ਸਭ ਕੁਛ ਇੱਥੇ ਰਹਿ ਜਾਣਾ, ਨਾਲ ਕੀ ਜਾਣਾ, ਕੁਝ ਵੀ ਨਹੀਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਨਾਲ ਜਾਂਦਾ ਹੈ ਬੰਦੇ ਦੇ ਕੁਛ। ਕੀ ਜਾਂਦਾ ਹੈ? ਬੰਦੇ ਦੇ ਕੀਤੇ ਹੋਏ ਕਰਮ। ਉਹ ਭਾਵੇਂ ਚੰਗੇ ਨੇ ਭਾਵੇਂ ਮਾੜੇ ਨੇ, ਕਰਮਾਂ ਨੇ ਸਾਡੇ ਨਾਲ ਦਰਗਾਹ ਦੇ ਵਿੱਚ ਨਾਲ ਜਾਣਾ। ਸਾਡੇ ਕਰਮਾਂ ਦਾ ਹੀ ਉੱਥੇ ਨਿਬੇੜਾ ਹੋਣਾ, ਲੇਖਾ ਜੋਖਾ ਹੋਣਾ, ਪੁੱਛਣਾ ਹੈ। ਇੱਥੇ ਤੇ ਆਪਾਂ ਨੂੰ ਕੋਈ ਪਰਵਾਹ ਨਹੀਂ ਨਾ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਬਚਨ ਆਉਂਦੇ ਨੇ, ਉੱਥੇ ਪੁੱਛਿਆ ਜਾਣਾ ਹੈ, ਕਿਆ ਤੈ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀ ਬਾਣ ਬੁਲਾਇਆ। ਪੁੱਛਣਾ ਹੈ ਉੱਥੇ, ਜਿਸ ਮਾਲਕ ਨੇ ਭੇਜਿਆ ਹੈ, ਜਿਨੇ ਭੇਜਿਆ ਹੈ, ਇਹ ਸਰੀਰ ਦਿੱਤਾ, ਇੰਨੇ ਕੀਮਤੀ ਸਵਾਸ ਦਿੱਤੇ ਨੇ ਜਿਹੜੇ ਆਪਾਂ ਸਾਹ ਲੈਨੇ ਆ। ਇੱਕ ਸਾਹ ਇੰਨਾ ਕੀਮਤੀ ਹੈ, ਇੱਕ ਸਵਾਸ ਦੀ ਕੋਈ ਕੀਮਤ ਨਹੀਂ। ਸਾਰੀ ਦੁਨੀਆ ਦੀ ਮਾਇਆ ਇੱਕ ਪਾਸੇ ਕਰ ਲਓ ਤੇ ਇੱਕ ਸਵਾਸ ਨੂੰ ਇੱਕ ਪਾਸੇ ਰੱਖ ਲਓ, ਤਾਂ ਵੀ ਪਿਆਰਿਓ ਇੱਕ ਸਵਾਸ ਦਾ ਮੁੱਲ ਨਹੀਂ ਅਸੀਂ ਤਾਰ ਸਕਦੇ। ਇੰਨੇ ਕੀਮਤੀ ਨੇ ਇਹ ਸਵਾਸ। ਤੇ ਮਹਾਰਾਜ ਕਹਿੰਦੇ ਨੇ, ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਭੂਲ। ਇਹ ਦੁਨੀਆ ਨੂੰ, ਇਹ ਦੁਨੀਆ ਦੇ ਰੰਗ ਤਮਾਸ਼ੇ ਦੇਖ ਕੇ ਭੁੱਲ ਨਾ। ਸਾਹਿਬ ਨੇ ਤੇਰੇ ਕੋਲੋਂ ਲੇਖਾ ਮੰਗਣਾ ਹੈ। ਉਹਨੇ ਪੁੱਛਣਾ ਹੈ, ਕਿਆ ਤੈ ਖਟਿਆ ਕਹਾਂ ਗਵਾਇਆ। ਕੀ ਖੱਟ ਕੇ ਆਇਆ ਤੇ ਕੀ ਗਵਾ ਕੇ ਆਇਆ। ਤੇ ਇਸੇ ਕਰਕੇ ਹੀ ਬਾਬਾ ਫਰੀਦ ਸਾਹਿਬ ਜੀ ਦੇ ਬਚਨ, ਫਰੀਦਾ ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਤੇ ਫਿਰ ਕਹਿੰਦੇ ਨੇ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ
ਦਰਗਹਿ ਆਏ ਕੰਮ। ਅਮਲ ਤੋਂ ਭਾਵ ਇੱਥੇ ਕੀ ਹੈ? ਚੰਗੇ ਕਰਮ। ਚੰਗੇ ਕਰਮ ਹੁਣ ਆਪਾਂ ਨੂੰ ਪਤਾ ਹੀ ਹੈ ਚੰਗੇ ਕਿਹੜੇ ਨੇ ਤੇ ਮਾੜੇ ਕਿਹੜੇ ਨੇ, ਭੁੱਲੇ ਥੋੜ੍ਹੀ ਆ, ਸਭ ਪਤਾ ਹੈ। ਜਿਵੇਂ ਬਚਨ ਆਉਂਦੇ ਨੇ ਬਾਣੀ ਦੇ ਵਿੱਚ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ। ਕਹਿੰਦੇ ਮਨ ਸਾਰੀਆਂ ਗੱਲਾਂ ਨੂੰ ਜਾਣਦਾ ਹੈ, ਸਭ ਸਮਝਦਾ ਹੈ, ਕੀ ਮਾੜਾ ਹੈ ਕੀ ਚੰਗਾ ਹੈ, ਸਾਰੀ ਸਮਝ ਹੈ, ਤੇ ਜਾਣ ਬੁੱਝ ਕੇ ਫਿਰ ਅਣਜਾਣ ਬਣ ਜਾਂਦਾ ਹੈ। ਕਬੀਰ ਸਾਹਿਬ ਜੀ ਦੇ ਬਚਨ ਨੇ। ਜਾਣ ਜਾਣ ਜੀ ਔਗਣ ਕਰੇ, ਜਾਣ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ। ਜਾਣ ਜਾਣ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ। ਜਾਣ ਜਾਣ ਜੀ ਔਗਣ ਕਰੇ। ਮਨ ਤੇ ਸਾਰੀਆਂ ਗੱਲਾਂ ਨੂੰ ਜਾਣਦਾ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ। ਮਨ ਤੇ ਸਾਰੀਆਂ ਗੱਲਾਂ ਨੂੰ ਜਾਣਦਾ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ। ਜਾਣਦਾ ਜੀ ਔਗਣ ਕਰੇ, ਜਾਣ ਜਾਣ ਜੀ ਔਗਣ ਕਰੇ। ਮਨ ਸਾਰੀਆਂ ਗੱਲਾਂ ਨੂੰ ਜਾਣਦਾ ਹੈ, ਇਹਨੂੰ ਪਤਾ ਹੈ ਕੀ ਮਾੜਾ ਹੈ ਕੀ ਚੰਗਾ ਹੈ, ਪਰ ਫਿਰ ਵੀ ਇਹ ਜਾਣ ਜਾਣ ਕੇ ਔਗਣ ਕਰਦਾ ਹੈ, ਗਲਤੀਆਂ ਕਰਦਾ ਹੈ। ਪਰ ਯਾਦ ਰੱਖੀਏ ਕਰਮਾਂ ਦਾ ਲੇਖਾ ਜੋਖਾ ਹੋਣਾ ਹੈ, ਸਾਹਿਬ ਨੇ ਲੇਖਾ ਵੀ ਮੰਗਣਾ ਹੈ। ਤੇ ਇਸੇ ਕਰਕੇ ਮਹਾਰਾਜ ਕਹਿੰਦੇ ਨੇ ਐਸਾ ਕੰਮ ਮੁੱਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ। ਇਹੋ ਜਿਹਾ ਕੰਮ ਕਦੇ ਵੀ ਨਾ ਕਰੀਏ ਜਿਹਦੇ ਨਾਲ ਅੰਤ ਨੂੰ ਪਛਤਾਉਣਾ ਪਵੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਪ